ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਏ, ਉਸ ਰੱਬ ਦੀਆਂ ਗੱਲਾਂ ਸੁਣਨ ਵਾਲੇ ਇਸ ਕਰਕੇ ਮੇਰੀ ਤਰਫੋਂ, ਮੇਰੇ ਬੱਚਿਆਂ ਦੀ ਤਰਫੋਂ ਤੇ ਨੀਦਰਲੈਂਡ ਦੀ ਕਲੀਸਿਆ ਦੀ ਤਰਫੋਂ ਤੁਹਾਨੂੰ ਸਾਰਿਆਂ ਨੂੰ ਸਲਾਮ ਪਹੁੰਚੇ। ਤੇ ਭਲਿਓ ਜਿਸ ਵੇਲੇ ਚੜ੍ਹਦੇ ਪੰਜਾਬ ਦੇ ਲੋਕ ਥਾਈਲੈਂਡ, ਮਲੇਸ਼ੀਆ, ਸ੍ਰੀਲੰਕਾ, ਅਮਰੀਕਾ, ਕੈਨੇਡਾ, ਯੂਰਪ ਜਾਂ ਕਿਸੇ ਮੁਲਕ ਵਿੱਚ ਵੀ ਜਾਂਦੇ ਨੇ ਤੇ ਉਹ ਆਪਣੀ ਮਾਂ ਬੋਲੀ ਨੂੰ ਨਹੀਂ ਭੁੱਲਦੇ। ਤੇ ਅਸੀਂ ਜਿਹੜੇ ਰਹਿੰਦੇ ਪੰਜਾਬ ਦੇ ਹਾਂ, ਅਸੀਂ ਕਿਉਂ ਨਾ ਪੰਜਾਬੀ 'ਚ ਗੱਲਾਂ ਕਰੀਏ। ਸੋ ਮੈਂ ਚਾਹਾਂਗਾ ਪੰਜਾਬੀ ਦੇ ਵਿੱਚ ਹੀ ਖੁਦਾ ਦਾ ਕਲਾਮ ਹੋਵੇ। ਤੇ ਅਸੀਂ ਕੁਝ ਦਿਨਾਂ ਦੇ ਤੋਂ ਸਿੱਖਣ ਡਏ ਸੀਗੇ ਅਮਸਾਲ 30 ਬਾਬ। ਤੇ ਜਿਸ ਵੇਲੇ ਅਸੀਂ 24 ਐਤ ਤੋਂ ਪੜ੍ਹਨਾ ਸ਼ੁਰੂ ਕਰੀਏ ਤੇ 4 ਚੀਜ਼ਾਂ ਦੇ ਬਾਰੇ ਲਿਖਿਆ ਮਿਲਦਾ ਹੈ ਕਿ ਹੈ ਕਮਜ਼ੋਰ, ਕੋਈ ਏਡੀ ਵੈਲਿਊ ਨਹੀਂ, ਲੇਕਿਨ ਹੈ ਬਹੁਤ ਦਨਾ। ਜਿਨ੍ਹਾਂ ਦੇ ਵਿੱਚ ਚਿਉਂਟੀਆਂ ਦੇ ਬਾਰੇ ਕਲਾਮ ਸਿੱਖਿਆ ਕਿ ਉਹ ਦਨਾ ਹੈ ਤੇ ਚਿਉਂਟੀ ਦੇ ਕੋਲ ਰੱਬ ਬੰਦਿਆਂ ਨੂੰ ਭੇਜਦਾ ਹੈ। ਅਮਸਾਲ 6 ਬਾਬ 6 'ਚ ਕਹਿੰਦਾ ਹੈ, ਐ ਕਾਹਲ ਚਿਉਂਟੀ ਦੇ ਕੋਲ ਜਾ, ਉਹਦੀਆਂ ਰਵਸ਼ਾਂ ਤੇ ਗੌਰ ਕਰ ਤੇ ਦਾਨਿਸ਼ਮੰਦ ਬਣ। ਕਿਉਂ ਕਹਿੰਦਾ ਹੈ? ਕਿਉਂਕਿ ਅਮਸਾਲ 15 ਬਾਬ ਉਹਦੀ 24 ਐਤ 'ਚ ਲਿਖਿਆ, ਦਨਾ ਵਾਲੀ ਜ਼ਿੰਦਗੀ ਦੀ ਰਾਹ ਉੱਤੀ ਨੂੰ ਜਾਂਦੀ ਹੈ ਤਾਂ ਕਿ ਪਤਾਲ 'ਚ ਉਤਰਨ ਤੋਂ ਬਚ ਜਾਵੇ। ਤੇ ਇਸ ਕਰਕੇ ਚਿਉਂਟੀ ਕੋ ਭੇਜਦਾ ਹੈ ਤਾਂ ਕਿ ਦਨਾ ਬਣੇ ਬੰਦਾ। ਸੋ ਅੱਜ ਜੋ ਕੁਝ ਅਸੀਂ ਸੁਣਨ ਵਾਲੇ, ਸਿੱਖਣ ਵਾਲੇ ਹਾਂ, ਉਹ ਸਿੱਖਾਂਗੇ ਅਸੀਂ ਸਫਾਨ ਦੇ ਬਾਰੇ। ਸਫਾਨ ਖਰਗੋਸ਼ਨੁਮਾ ਜਾਨਵਰ ਹੈ, ਪਰ ਇਹ ਚਟਾਨ ਦੇ ਦਰਮਿਆਨ ਆਪਣਾ ਘਰ ਬਣਾਉਂਦਾ। ਚਟਾਨ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਜਿਹੜਾ ਘਰ ਚਟਾਨ ਦੇ ਉੱਤੇ ਹੋਵੇਗਾ, ਹਨੇਰੀਆਂ, ਤੂਫਾਨ, ਮੀਂਹ ਬਰਸੇਗਾ, ਉਹਨੂੰ ਨੁਕਸਾਨ ਨਹੀਂ ਪਹੁੰਚੇਗਾ ਕਿਉਂਕਿ ਉਹ ਚਟਾਨ ਦੇ ਉੱਤੇ ਬਣਿਆ। ਤੇ ਜਿਹੜਾ ਰੇਤਾ ਦੇ ਉੱਤੇ ਆ, ਉਹ ਨੁਕਸਾਨ ਉਠਾਉਂਦਾ ਹੈ। ਸੋ ਇਹ ਰੇਤਾ ਵਾਲੇ ਕਿਹੜੇ ਘਰ ਨੇ? ਕਿਉਂਕਿ ਅਬਰਾਨੀਓ 3 ਬਾਬ ਉਹਦੀ 6 ਐਤ 'ਚ ਲਿਖਿਆ, ਉਸ ਦਾ ਘਰ ਅਸੀਂ ਆ। ਬੰਦਾ ਉਹਦਾ ਘਰ ਹੈ, ਪਰ ਬਾਜ਼ ਦਫਾ ਈਮਾਨ ਤੋਂ ਡੋਲ ਜਾਂਦਾ ਹੈ। ਤੇ ਬੜੇ ਬੜੇ ਸਾਬੇ ਤਮੀਜ਼ ਈਮਾਨ ਤੋਂ ਡੋਲ ਕੇ ਤੇ ਖੁਦਾ ਦੇ ਲੋਕਾਂ ਦੀ ਬਜਾਏ ਜਾਦੂਗਰਾਂ ਨੂੰ ਨਾਲ ਰੱਖਦੇ। ਤੇ ਬਗਾਵਤ ਤੇ ਜਾਦੂਗਰੀ ਦੋਨੇ ਬਰਾਬਰ ਹੈ ਭਰਾਵੋ। ਸੈਮੂਅਲ ਨਬੀ ਦੀ ਸੀਫੇ ਨੂੰ ਪੜ੍ਹ ਕੇ ਵੇਖ ਲਓ, ਬਗਾਵਤ ਤੇ ਜਾਦੂਗਰੀ। ਸੋ ਸਫਾਨ ਦੇ ਬਾਰੇ ਜਿਸ ਲਈ ਅਸੀਂ ਇਸ਼ਤਿਸ਼ਨਾਂ ਦੀ ਕਿਤਾਬ 32 ਬਾਬ ਉਹਦੀ 18 ਐਤ ਤੋਂ 20 ਐਤ ਤੱਕ ਪੜ੍ਹੀਏ। ਇਸ਼ਤਿਸ਼ਨਾਂ ਦੀ ਕਿਤਾਬ ਉਸਦਾ 32 ਬਾਬ, ਇਸ਼ਤਿਸ਼ਨਾਂ ਦੀ ਕਿਤਾਬ 32 ਬਾਬ ਨੂੰ ਜਿਸ ਲਈ ਅਸੀਂ ਵੇਖਦੇ ਹਾਂ ਤੇ ਖੁਦਾ ਦੀ ਕਲਾਮ ਦੇ ਵਿੱਚ ਕੁਝ ਇਸ ਤਰ੍ਹਾਂ ਲਿਖਿਆ ਮਿਲਦਾ ਹੈ। 18 ਐਤ ਤੋਂ 20 ਐਤ ਤੱਕ ਪੜ੍ਹਦੇ ਹਾਂ। ਤੂੰ ਉਸ ਚਟਾਨ ਤੋਂ ਗਾਫਲ ਹੋ ਗਿਆ, ਤੂੰ ਉਸ ਚਟਾਨ ਤੋਂ ਗਾਫਲ ਹੋ ਗਿਆ ਜਿਸ ਤੋਂ ਤੂੰ ਪੈਦਾ ਹੋਇਆ ਸੀ। ਤੂੰ ਉਸ ਚਟਾਨ ਤੋਂ ਗਾਫਲ ਹੋ ਗਿਆ ਜਿਸ ਤੋਂ ਤੂੰ ਪੈਦਾ ਹੋਇਆ ਸੀ, ਤੇ ਤੂੰ ਖੁਦਾ ਆਪਣੇ ਨੂੰ ਭੁੱਲ ਗਿਆ ਜਿਸ ਨੇ ਤੈਨੂੰ ਖਲਕ ਕੀਤਾ ਸੀ। ਤੇ ਖੁਦਾ ਨੇ ਇਹ ਦੇਖ ਕੇ ਫਿਰ ਤੇਰੇ ਤੋਂ ਨਫ਼ਰਤ ਕੀਤੀ। ਕਿਉਂਕਿ ਤੂੰ ਉਹਦਾ ਧੀਆਂ ਪੁੱਤਰਾਂ 'ਚ ਤੇਰਾ ਸ਼ੁਮਾਰ ਹੁੰਦਾ ਸੀ, ਪਰ ਤੂੰ ਗਾਫਲ ਹੋ ਕੇ ਤੇ ਉਸ ਨੂੰ ਗੁੱਸਾ ਦਿਲਾਇਆ। ਗਾਫਲ ਹੋ ਕੇ ਤੂੰ ਉਸ ਨੂੰ ਗੁੱਸਾ ਦਿਲਾਇਆ। ਤੇ ਫਿਰ ਉਹ ਕਹਿੰਦਾ, ਮੈਂ ਆਪਣਾ ਮੂੰਹ ਤੇਰੇ ਤੋਂ ਛੁਪਾ ਲਾਂਗਾ। ਖੁਦਾ ਦਾ ਬੰਦਾ ਦਾਊਦ ਕਹਿੰਦਾ, ਐ ਖੁਦਾਵੰਦ ਆਪਣਾ ਚਿਹਰਾ ਮੇਰੇ ਉੱਤੇ ਜਲਵਾਗਰ ਕਰ। ਲੇਕਿਨ ਜਦੋਂ ਕੋਈ ਚਟਾਨ ਦੀ ਹਕਾਰਤ ਕਰਦਾ ਹੈ, ਉਹ ਚਟਾਨ ਨੂੰ ਭੁੱਲ ਜਾਂਦਾ ਏ ਤੇ ਖੁਦਾਵੰਦ ਕਹਿੰਦਾ ਏ, ਮੈਂ ਆਪਣਾ ਮੂੰਹ ਤੇਰੇ ਤੋਂ ਛੁਪਾ ਲੈਣਾ ਹੈ। ਤੇ ਜਦੋਂ ਕੋਈ ਮੂੰਹ ਛੁਪਾ ਲੈਂਦਾ ਹੈ
ਤੇ ਫਿਰ ਉਹਦੀ ਹਾਲਤ ਕੀ ਹੁੰਦੀ ਹੈ। ਪੌਲੁਸ ਰਸੂਲ ਇਸ ਗੱਲ ਨੂੰ ਦੱਸਦਾ ਏ, ਜਿਸ ਲਈ ਅਸੀਂ ਥਸਲੀਕਿਆਂ ਦੀ ਕਲੀਸਿਆ ਨੂੰ ਖਤ ਲਿਖਦੇ ਆਇਆ ਵੇਖਨੇ ਆ ਤੇ ਲਿਖਿਆ ਮਿਲਦਾ ਏ, ਪਹਿਲਾ ਥਸਲੀਕਿਓ ਪਹਿਲਾ ਬਾਬ ਉਹਦੀ 7 ਐਤ ਤੋਂ ਪੜ੍ਹੀਏ, ਬਲਕਿ 6 ਐਤ ਤੋਂ ਤੇ ਲਿਖਿਆ ਏ, ਕਿਉਂਕਿ ਖੁਦਾ ਦੇ ਨਜ਼ਦੀਕ ਇਹ ਇਨਸਾਫ ਹੈ, ਕਿਉਂਕਿ ਖੁਦਾ ਦੇ ਨਜ਼ਦੀਕ ਇਹ ਇਨਸਾਫ ਹੈਗਾ ਏ ਕਿ ਜਿਹੜਾ ਤੁਹਾਡੇ ਉੱਤੇ ਮੁਸੀਬਤ ਲਿਆਉਂਦਾ ਏ ਫਿਰ ਉਹ ਬਦਲੇ ਵਿੱਚ ਉਹਨਾਂ ਤੇ ਵੀ ਮੁਸੀਬਤ ਲਿਆਵੇਗਾ, ਤੇ ਤੁਸੀਂ ਜਿਹੜੇ ਖੁਦਾ ਦੇ ਨਾਂ ਤੋਂ ਮੁਸੀਬਤ ਉਠਾਉਂਦੇ ਹੋ ਫਿਰ ਉਹ ਆਪਣੇ ਨਾਲ ਤੁਹਾਨੂੰ ਆਰਾਮ ਦੇਵੇਗਾ। ਪਰ ਉਦੋਂ ਜਦੋਂ ਉਹ ਕਵੀ ਫਰਿਸ਼ਤਿਆਂ ਦੇ ਨਾਲ ਭੜਕਦੀ ਹੋਈ ਅੱਗ ਦੇ ਨਾਲ ਆਸਮਾਨ ਦੇ ਉੱਤੋਂ ਜ਼ਾਹਰ ਹੋਵੇਗਾ, ਤੇ ਜਿਹੜੇ ਖੁਦਾ ਨੂੰ ਨਹੀਂ ਪਛਾਣਦੇ, ਜਿਹੜੇ ਖੁਦਾ ਨੂੰ ਨਹੀਂ ਪਛਾਣਦੇ ਤੇ ਸਾਡੇ ਖੁਦਾਵੰਦ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ। ਖੁਦਾਵੰਦ ਯਿਸੂ ਮਸੀਹ ਗੱਲਾਂ ਕਰਦਾ ਏ ਤੇ ਜਿਹੜੇ ਉਹਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ ਉਹਨਾਂ ਤੋਂ ਬਦਲਾ ਲਵੇਗਾ। ਉਹ ਖੁਦਾਵੰਦ ਦੇ ਚਿਹਰੇ ਤੇ ਉਹਦੀ ਕੁਦਰਤ ਦੇ ਜਲਾਲ ਤੋਂ ਦੂਰ ਹੋ ਕੇ, ਉਹ ਖੁਦਾਵੰਦ ਦੇ ਚਿਹਰੇ ਤੇ ਉਸ ਦੀ ਕੁਦਰਤ ਦੇ ਜਲਾਲ ਤੋਂ ਦੂਰ ਹੋ ਕੇ ਫਿਰ ਅਬਦੀ ਹਲਾਕਤ ਦੀ ਸਜ਼ਾ ਪਾਉਣਗੇ। ਤੇ ਇਹ ਉਸ ਦਿਨ ਹੋਏਗਾ ਜਦੋਂ ਉਹ ਆਪਣੇ ਮੁਕੱਦਸਾਂ ਦੇ ਵਿੱਚ ਜਲਾਲ ਪਾਉਣ ਲਈ ਤੇ ਸਾਰੇ ਈਮਾਨ ਲਿਆਉਣ ਵਾਲਿਆਂ ਦੇ ਸਵਾਬੋਂ ਉਹ ਜਿਹੜੇ ਗਵਾਹੀ ਦਿੰਦੇ ਨੇ ਜ਼ਮੀਨ ਉੱਤੇ ਆਵੇਗਾ। ਤੇ ਜਦੋਂ ਕੋਈ ਚਟਾਨ ਤੋਂ ਗਾਫਲ ਹੋ ਜਾਂਦਾ ਹੈ, ਜਦੋਂ ਕੋਈ ਭਰਾਓ ਫਿਰ ਚਟਾਨ ਤੋਂ ਗਾਫਲ ਹੋ ਜਾਂਦਾ ਹੈ ਜਿਹਦੇ ਤੋਂ ਉਹ ਖਲਕ ਕੀਤਾ ਹੁੰਦਾ ਸੀਗਾ, ਤੇ ਫਿਰ ਖੁਦਾਵੰਦ ਆਪਣਾ ਚਿਹਰਾ ਉਹਦੇ ਤੋਂ ਛੁਪਾ ਲੈਂਦਾ ਹੈ। ਤੇ ਜਦੋਂ ਚਿਹਰਾ ਛੁਪਾ ਲੈਂਦਾ ਹੈ ਤੇ ਫਿਰ ਲਿਖਿਆ ਏ ਕਿ ਲੋਕ ਖੁਦਾਵੰਦ ਦੇ ਚਿਹਰੇ ਤੋਂ ਦੂਰ ਹੋ ਕੇ ਤੇ ਫਿਰ ਅਬਦੀ ਹਲਾਕਤ ਦੀ ਸਜ਼ਾ ਪਾਉਂਦੇ ਨੇ, ਕਿਉਂਕਿ ਇਸਤਿਸ਼ਨਾ 32 ਬਾਪ ਉਹਦੀ 20 ਐ 'ਚ ਲਿਖਿਆ, ਫਿਰ ਉਹਨੇ ਆਖਿਆ ਤੂੰ ਮੇਰੇ ਤੋਂ ਖਲਕ ਹੋਇਆ, ਮੇਰਾ ਧੀ ਪੁੱਤਰ ਸੀਗੇ, ਮੈਨੂੰ ਨਹੀਂ ਜਾਣਿਆ। ਤੇ ਫਿਰ ਖੁਦਾ ਦਾ ਬੰਦਾ ਮੂਸਾ ਲਿਖਦਾ ਏ ਕਿ ਉਹ ਆਪਣਾ ਚਿਹਰਾ ਸਾਡੇ ਤੋਂ ਛੁਪਾ ਲਏਗਾ, ਤੇ ਫਿਰ ਉਹਨਾਂ ਦਾ ਅੰਜਾਮ ਇਸ ਤਰ੍ਹਾਂ ਦਾ ਹੋਵੇਗਾ ਕਿ ਉਹ ਗਰਦਨਕਸ਼ ਤੇ ਬੇਵਫਾ ਲੋਕ ਨੇ, ਤੇ ਖੁਦਾ ਵੀ ਫਿਰ ਉਹਨਾਂ ਤੋਂ ਬਦਲਾ ਲਵੇਗਾ। ਸੋ ਉਹ ਚਟਾਨ ਹੈ, ਉਹਦੇ ਤੋਂ ਗਾਫਲ ਨਾ ਹੋਈਏ। ਉਹ ਨਜਾਤ ਦੇਹਿੰਦਾ ਏ, ਉਹਦੇ ਤੋਂ ਗਾਫਲ ਨਾ ਹੋਈਏ, ਉਹਦੇ ਨਾਲ ਲਿਪਟੇ ਰਹੀਏ। ਯਰਮੀਆ 13 ਬਾਬ ਉਸਦੀ ਪਹਿਲੀ ਐਤ ਤੋਂ ਪੜ੍ਹਨਾ ਸ਼ੁਰੂ ਕਰੀਏ ਤੇ ਲਿਖਿਆ, ਯਰਮੀਆ ਨੂੰ ਖੁਦਾ ਨੇ ਆਖਿਆ ਤੂੰ ਇੱਕ ਕਤਾਨੀ ਕਮਰਬੰਦ ਖਰੀਦ ਲਾ, ਤੇ ਉਹਨੇ ਖਰੀਦ ਲਿਆ। ਤੇ ਜਿਸ ਵੇਲੇ ਖਰੀਦ ਲਿਆ ਤੇ ਉਹਨੂੰ ਕਮਰ ਨਾਲ ਬੰਨ ਲਾ, ਉਹਨੇ ਕਮਰ ਨਾਲ ਬੰਨ ਲਿਆ, ਇਹਨੂੰ ਜਾ ਕੇ ਚਟਾਨ ਦੇ ਸ਼ਗਾਫਾਂ ਦੇ ਵਿੱਚ ਦੱਬਿਆ, ਉਹਨੇ ਦੱਬ ਆਇਆ। ਚੰਦ ਦਿਨਾਂ ਬਾਅਦ ਰੱਬ ਨੇ ਆਖਿਆ ਫਿਰ ਜਾ ਕੇ ਕੱਢ ਲਿਆ। ਤੇ ਜਦੋਂ ਕੱਢਿਆ ਤੇ ਵੇਖਿਆ ਉਹ ਕਿਸੇ ਕੰਮ ਦਾ ਨਹੀਂ ਸੀ। ਬਈ ਇਹ ਕੀ ਬਣਿਆ, ਤੇ ਹੁਣ ਕਿਸੇ ਕੰਮ ਦਾ ਨਹੀਂ। ਉਹਨੇ ਆਖਿਆ ਇਸ ਤਰ੍ਹਾਂ ਜਿਹੜਾ ਮੇਰੀ ਸ਼ਰੀਅਤ ਨੂੰ, ਮੇਰੀਆਂ ਗੱਲਾਂ ਨੂੰ ਰੱਦ ਕਰਦਾ, ਮੇਰੇ ਨਾਲ ਨਹੀਂ ਲਿਪਟਦਾ, ਉਹ ਇਸ ਕਮਰਬੰਦ ਦੀ ਮਾਨਦ ਹੋਵੇਗਾ। ਤੇ ਜਿਸ ਵੇਲੇ ਪਹਿਲਾ ਕਰੰਥੀਓ ਅਸੀਂ 10 ਬਾਬ, ਪਹਿਲਾ ਕਰੰਥੀਓ 10 ਬਾਬ ਤੇ ਉਹਦੀ 4 ਐਤ ਨੂੰ ਪੜ੍ਹਦੇ ਹਾਂ, ਬਾਈਬਲ ਦੱਸਦੀ ਏ ਕਿ ਕੁਝ ਲੋਕ ਚਟਾਨ ਦੇ ਵਿੱਚੋਂ ਪੀਂਦੇ ਵੀ ਰਹਿੰਦੇ ਆ, ਖਾਂਦੇ ਵੀ ਰਹਿੰਦੇ ਆ, ਕਿਉਂਕਿ ਕੌਮ ਬਣੀ ਇਸਰਾਈਲ ਵੀ ਉਸੇ ਚਟਾਨ ਦੇ ਵਿੱਚੋਂ ਖਾਂਦੀ ਤੇ ਪੀਂਦੀ ਸੀਗੀ ਜਿਹੜੀ ਉਹਨਾਂ ਦੇ ਨਾਲ ਨਾਲ ਚੱਲਦੀ ਸੀ। ਪਰ ਲਿਖਿਆ ਏ ਅਕਸਰਾਂ ਤੋਂ ਰੱਬ ਰਾਜ਼ੀ ਨਾ ਹੋਇਆ। ਉਹ ਅਸੀਂ ਕਲਾਮ ਨੂੰ ਖਾਂਦੇ ਵੀ ਰਹਿੰਦੇ ਹਾਂ, ਕਲਾਮ ਨੂੰ ਪੀਂਦੇ ਵੀ ਰਹਿੰਦੇ ਹਾਂ,
ਪਰ ਸਾਡੀਆਂ ਗੱਲਾਂ ਤੋਂ ਰੱਬ ਰਾਜ਼ੀ ਨਹੀਂ ਹੁੰਦਾ, ਉਹ ਚਟਾਨ ਰਾਜ਼ੀ ਨਹੀਂ ਹੁੰਦੀ, ਤੇ ਫਿਰ ਹਾਲ ਕੀ ਹੈ? ਲਿਖਿਆ ਉਹ ਬੀਆਬਾਨ ਦੇ ਵਿੱਚ ਢੇਰ ਹੋ ਗਏ। ਇਸ ਕਰਕੇ ਚਟਾਨ ਤੋਂ ਗਾਫਲ ਨਾ ਰਹੀਏ, ਆਪਣੇ ਖੁਦਾ ਨਾਲ ਲਿਪਟੇ ਰਹੀਏ, ਖੁਦਾ ਦੀਆਂ ਗੱਲਾਂ ਨੂੰ ਕਬੂਲ ਕਰੀਏ, ਦੂਸਰਿਆਂ ਤੱਕ ਪਹੁੰਚਾਈਏ, ਚਟਾਨ ਉੱਤੇ ਆਪਣਾ ਘਰ ਬਣਾਈਏ, ਈਮਾਨ ਦੀ ਚਟਾਨ ਤੋਂ ਗਮਰਾਹ ਨਾ ਹੋਈਏ, ਹੱਕ ਦੀ ਬੋਲੀ ਬੋਲੀਏ। ਸੋ ਬਈ ਖੁਦਾ ਤੈਨੂੰ ਬਰਕਤ ਦੇ, ਤੇ ਕਲਾਮ ਨੂੰ ਤੁਸੀਂ ਬਈ ਲਾਈਕ ਵੀ ਕਰਿਓ, ਸ਼ੇਅਰ ਵੀ ਕਰਿਓ, ਬੈਲ ਦਾ ਬਟਨ ਵੀ ਦਬਾਇਓ, ਤਾਂ ਕਿ ਇਸੇ ਤਰ੍ਹਾਂ ਹੀ ਖੁਦਾ ਦਾ ਕਲਾਮ ਸਾਡੇ ਤੱਕ ਪਹੁੰਚਦਾ ਰਹੇ ਤੇ ਅਸੀਂ ਅੱਗੇ ਤੱਕ ਪਹੁੰਚਾਉਂਦੇ ਰਹੀਏ। ਸੋ ਇਸੇ ਤੇ ਫਿਰ ਸਿੱਖਾਂਗੇ। ਖੁਦਾ ਤੈਨੂੰ ਬਰਕਤ ਦੇ। ਕਲਾਮ ਨੂੰ ਸ਼ੇਅਰ ਜ਼ਰੂਰ ਕਰਿਓ, ਲਾਈਕ ਕਰਿਓ, ਬੈਲ ਦਾ ਬਟਨ ਦਬਾਇਓ।